ਅੱਜ ਦੀ ਇਸ ਕਲਾਸ ਵਿੱਚ +1 ਕੈਮਿਸਟਰੀ ਚੈਪਟਰ ਨੰਬਰ 4 ਕੈਮੀਕਲ ਬੌਂਡਿੰਗ ਐਂਡ ਮੋਲੀਕੂਲਰ ਸਟਰਕਚਰ ਦਾ ਇੱਕ ਇੰਪੋਰਟੈਂਟ ਟੌਪਿਕ ਕਰਾਂਗੇ, ਜਿਸ ਦਾ ਨਾਮ ਹੈ ਔਕਟੈਂਟ ਰੂਲ ਐਂਡ ਮੋਡਸ ਆਫ ਕੈਮੀਕਲ ਕੰਬੀਨੇਸ਼ਨ। ਤਾਂ ਦੇਖੋ, ਸਭ ਤੋਂ ਪਹਿਲਾ ਟੌਪਿਕ ਹੈ ਜੋ ਹੈ ਉਹ ਹੈ ਔਕਟੈਂਟ ਰੂਲ। ਤਾਂ ਅਗਰ ਮੈਂ ਔਕਟੈਂਟ ਦੀ ਬੇਸਿਕਲੀ ਗੱਲ ਕਰਾਂ ਤਾਂ ਔਕਟੈਂਟ ਦਾ ਮੀਨਿੰਗ ਹੁੰਦਾ ਗਰੁੱਪ ਆਫ 8 ਪਰਸਨਸ, ਪੀਪਲਸ ਔਰ ਐਨੀਥਿੰਗ। ਪਰ ਇਸ ਚੈਪਟਰ ਦੇ ਵਿੱਚ ਔਕਟੈਂਟ ਦਾ ਮੀਨਿੰਗ ਹੈ ਗਰੁੱਪ ਆਫ 8 ਇਲੈਕਟ੍ਰੋਨਸ। ਅਤੇ 8 ਇਲੈਕਟ੍ਰੋਨਸ ਉਹ ਵੀ ਬੱਚੇ ਸਪੈਸੀਫਾਈ ਹੋਣਗੇ। ਅਸੀਂ ਕਿਸੇ ਵੀ ਐਟਮ ਦੇ ਵੈਲੈਂਸ ਇਲੈਕਟ੍ਰੋਨਸ ਨਾਲ ਹੀ ਡੀਲਿੰਗ ਕਰਾਂਗੇ। ਤਾਂ ਦੇਖੋ ਔਕਟੈਂਟ ਰੂਲ ਕੀ, ਅਗਰ ਬੇਸਿਕਲੀ ਗੱਲ ਕਰਾਂ ਤਾਂ ਕੋਈ ਵੀ ਐਟਮ ਆ, ਅਗਰ ਅਸੀਂ ਔਕਟੈਂਟ ਦੀ ਗੱਲ ਕਰ ਰਹੇ ਹਾਂ ਵੀ ਕੋਈ ਵੀ ਐਟਮ ਆਪਣੇ ਔਕਟੈਂਟ ਨੂੰ ਕੰਪਲੀਟ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰੂਗਾ, ਜਾਂ ਉਹਦੀ ਟੈਂਡੈਂਸੀ ਹੋਊਗੀ ਚਾਹੇ ਤਾਂ ਉਹ ਲੋਸ ਕਰ ਲੇ ਚਾਹੇ ਉਹ ਗੇਨ ਕਰ ਲੇ, ਅਤੇ ਉਹਦੇ ਲਈ ਉਹ ਕੈਮੀਕਲੀ ਕੰਬਾਈਨ ਵੀ ਕਰ ਸਕਦਾ। ਅਤੇ ਕੈਮੀਕਲੀ ਕੰਬਾਈਨ ਦੋ ਤਰੀਕੇ ਨਾਲ ਕਰ ਸਕਦਾ, ਉਹ ਆਇਓਨਿਕ ਬੌਂਡਿੰਗ ਬਣਾ ਸਕਦਾ, ਉਹ ਕੋਵਲੈਂਟ ਬੌਂਡਿੰਗ ਬਣਾ ਸਕਦਾ। ਤਾਂ ਕਲੀਅਰ ਆ। ਤਾਂ ਦੇਖੋ ਔਕਟੈਂਟ ਵਾਲੀ ਗੱਲ ਕਰਦੇ ਆ। ਐਟਮਸ ਅਚੀਵ ਦੀ ਸਟੇਬਲ ਔਕਟੈਂਟ ਵੈਨ ਦੇ ਆਰ ਲਿੰਕਡ ਬਾਈ ਕੈਮੀਕਲ ਬੌਂਡਸ। ਐਟਮਸ ਕੰਬਾਈਨ ਟੂ ਐਕਵਾਇਰ ਨੋਬਲ ਗੈਸ ਕਨਫੀਗਰੇਸ਼ਨ। ਤਾਂ ਦੇਖੋ ਕੀ ਕਹਿ ਰਹੇ ਨੇ ਵੀ ਐਟਮ ਸਟੇਬਲ ਔਕਟੈਂਟ ਅਚੀਵ ਕਰ ਲੂਗਾ। ਔਕਟੈਂਟ ਦਾ ਮਤਲਬ ਵੀ ਉਹ ਆਪਣੇ ਵੈਲੈਂਸ ਇਲੈਕਟ੍ਰੋਨ ਆਪਣੇ ਆਊਟਰ ਮੋਸਟ ਸ਼ੈਲ ਦੇ ਵਿੱਚ 8 ਇਲੈਕਟ੍ਰੋਨਸ ਕੰਪਲੀਟ ਕਰ ਲੂਗਾ। ਜਦੋਂ ਉਹ ਕੈਮੀਕਲੀ ਬੌਂਡ ਬਣਾਊਗਾ ਅਤੇ ਐਟਮ ਕੰਬਾਈਨ ਕਰਨ ਤੋਂ ਬਾਅਦ ਕੀ ਕਰ ਲੂਗਾ, ਨੋਬਲ ਗੈਸ ਕਨਫੀਗਰੇਸ਼ਨ ਐਕਵਾਇਰ ਕਰ ਲੂਗਾ। ਦੇਖੋ ਹਰ ਕਿਸੇ ਐਟਮ ਦੀ ਦੇਖੋ ਕੈਮੀਕਲੀ ਕੰਬਾਈਨ ਕਰਨ ਦੀ ਟੈਂਡੈਂਸੀ ਉਦੋਂ ਹੀ ਹੁੰਦੀ ਹੈ ਜਦੋਂ ਉਹਦੀ ਨੋਬਲ ਗੈਸ ਕਨਫੀਗਰੇਸ਼ਨ ਨਹੀਂ ਹੁੰਦੀ, ਅਤੇ ਉਹ ਨੋਬਲ ਗੈਸ ਕਨਫੀਗਰੇਸ਼ਨ ਐਕਵਾਇਰ ਕਰਨ ਦੇ ਲਈ ਹੀ ਉਹ ਕੈਮੀਕਲੀ ਕੰਬਾਈਨ ਕਰਨ ਦੇ ਲਈ ਰੈਡੀ ਹੁੰਦਾ। ਇਹ ਕਹਿ ਲਓ ਵੀ ਰਿਐਕਟ ਕਰਦਾ ਕਿਸੇ ਵੀ ਐਟਮ ਦੇ ਨਾਲ, ਅਤੇ ਉਹ ਦੋ ਤਰੀਕੇ ਨਾਲ ਰਿਐਕਟ ਕਰੂਗਾ, ਚਾਹੇ ਤਾਂ ਉਹ ਕੋਵਲੈਂਟ ਬੌਂਡ ਬਣਾਵੇ ਅਤੇ ਚਾਹੇ ਉਹ ਆਇਨਿਕ ਬੌਂਡ ਬਣਾਵੇ। ਅਤੇ ਅਸੀਂ ਮੋਡਸ ਆਫ ਕੈਮੀਕਲ ਬੌਂਡਿੰਗ ਕੈਮੀਕਲ ਕੰਬੀਨੇਸ਼ਨ ਦੇ ਵਿੱਚ ਉਹਨਾਂ ਦੀ ਟਾਈਪਸ ਆਫ ਬੌਂਡਿੰਗ ਬਾਰੇ ਸਟੱਡੀ ਕਰਾਂਗੇ। ਤਾਂ ਦੇਖੋ ਐਟਮਸ ਕੰਬਾਈਨ ਆਈਦਰ ਬਾਈ ਟਰਾਂਸਫਰ ਆਫ ਵੈਲੈਂਸ ਇਲੈਕਟ੍ਰੋਨਸ ਫਰੋਮ ਵਨ ਐਟਮ ਟੂ ਅਨਦਰ ਐਟਮ ਔਰ ਬਾਈ ਸ਼ੇਅਰਿੰਗ ਆਫ ਵੈਲੈਂਸ ਇਲੈਕਟ੍ਰੋਨਸ। ਦੇਖੋ ਇਹ ਕੁਝ ਬਰੀਫਲੀ ਆ, ਥੋੜ੍ਹਾ ਆਪਾਂ ਟਾਈਪਸ ਬਾਰੇ ਗੱਲ ਕਰ ਰਹੇ ਨੇ। ਦੇਖੋ ਬੌਂਡਿੰਗ ਦੋ ਤਰ੍ਹਾਂ ਦੀ ਹੀ ਹੁੰਦੀ ਆ, ਮੇਨ ਹੁੰਦੀ ਵੈਸੇ ਹੋਰ ਤਰੀਕੇ ਦੀ ਆ, ਪਰ ਮੇਨਲੀ ਅਸੀਂ ਦੋ ਤਰੀਕੇ ਨਾਲ ਹੀ ਅਸੀਂ ਸਟੱਡੀ ਕਰਾਂਗੇ। ਤਾਂ ਸਭ ਤੋਂ ਪਹਿਲਾਂ ਉਹ ਹੈ ਕੋਵਲੈਂਟ ਬੌਂਡਿੰਗ, ਤਾਂ ਉਸ ਤੋਂ ਬਾਅਦ ਹੈ ਆਇਓਨਿਕ ਬੌਂਡਿੰਗ। ਇਸ ਚੈਪਟਰ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਆਇਓਨਿਕ ਬੌਂਡਿੰਗ ਪੜ੍ਹਾਂਗੇ। ਆਇਓਨਿਕ ਬੌਂਡਿੰਗ ਹੁੰਦੀ ਆ, ਉਹ ਹੁੰਦੀ ਹੈ ਕੰਪਲੀਟ ਟਰਾਂਸਫਰ ਆਫ ਇਲੈਕਟ੍ਰੋਨਸ ਫਰੋਮ ਵਨ ਐਟਮ ਟੂ ਅਨਦਰ ਐਟਮ। ਅਤੇ ਜੋ ਕੋਵਲੈਂਟ ਬੌਂਡਿੰਗ ਹੁੰਦੀ ਆ ਉਹ ਹੁੰਦੀ ਹੈ ਸ਼ੇਅਰਿੰਗ ਆਫ ਇਲੈਕਟ੍ਰੋਨਸ। ਕਲੀਅਰ ਆ। ਤਾਂ ਇਹਦੇ ਬਾਰੇ ਅਸੀਂ ਗੱਲ ਕਰਾਂਗੇ। ਵੈਸੇ ਅਸੀਂ ਹੁਣ ਬੇਸਿਕਲੀ ਗੱਲ ਅਸੀਂ ਔਕਟੈਂਟ ਰੂਲ ਬਾਰੇ ਕਰਾਂਗੇ। ਔਕਟੈਂਟ ਦਾ ਮਤਲਬ ਵੀ ਕੋਈ ਵੀ ਐਟਮ ਉਹਦੀ ਟੈਂਡੈਂਸੀ ਹੋਊਗੀ ਵੀ ਉਹ ਆਪਣੇ ਆਊਟਰ ਮੋਸਟ ਸ਼ੈਲ ਦੇ ਵਿੱਚ 8 ਇਲੈਕਟ੍ਰੋਨਸ ਹੋਲਡ ਕਰ ਸਕੇ। ਤਾਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕੁਝ ਐਗਜ਼ਾਮਪਲਸ ਕਰਕੇ ਦਿਖਾਉਣਾ ਵੀ ਹਰ ਐਟਮ ਆਪਣਾ ਔਕਟੈਂਟ ਕੰਪਲੀਟ ਕਰਨ ਵੱਲ ਜਾਂਦਾ, ਮਤਲਬ ਵੀ ਨੋਬਲ ਗੈਸ ਕਨਫੀਗਰੇਸ਼ਨ ਐਕਵਾਇਰ ਕਰਦਾ। ਤਾਂ ਨੋਬਲ ਗੈਸ ਕਨਫੀਗਰੇਸ਼ਨ ਕੀ ਦੇਖੀ ਸੀ ਆਪਾਂ ਪਿਛਲੇ ਲੈਕਚਰ ਦੇ ਵਿੱਚ, ਉਹ ਸੀ ਬੱਚੇ N² Np6। ਦੇਖੋ 2 ਅਤੇ 6 8 ਦਾ ਮਤਲਬ ਸੈਟ ਆਫ 8 ਇਲੈਕਟ੍ਰੋਨਸ, ਉਹੀ ਹੈ ਬੱਚੇ ਸਾਡਾ ਔਕਟੈਂਟ ਰੂਲ। ਤਾਂ ਕਲੀਅਰ ਹੈ। ਦੇਖੋ ਸਭ ਤੋਂ ਪਹਿਲਾਂ ਅਸੀਂ ਸੋਡੀਅਮ ਦੀ ਗੱਲ ਕਰਦੇ ਹਾਂ। ਦੇਖੋ ਸੋਡੀਅਮ ਤਾਂ Z = 11। ਤਾਂ ਅਗਰ ਮੈਂ ਜੀ ਕਨਫੀਗਰੇਸ਼ਨ ਲਿਖਾਂ ਤਾਂ ਉਹ ਕੀ ਹੋਊਗੀ 2 8 1। ਕਲੀਅਰ ਹੈ। ਦੇਖੋ Na ਦੇ ਉੱਪਰ ਮੈਂ ਇੱਕ ਡਾਟ ਲਗਾਤਾ, ਤਾਂ ਦੇਖੋ ਇਹ ਕੀ ਬਣ ਗਈ, ਇਹ ਤਾਂ ਹੀਲੀਅਮ ਬਣ ਗਈ, ਸੌਰੀ ਨਿਓਨ ਬਣ ਗਈ। ਤਾਂ ਨਿਓਨ ਦੇ ਕੋਲ ਇੱਕ ਇਲੈਕਟ੍ਰੋਨ ਫਰੀ ਹੈ, ਤਾਂ ਮੈਂ ਉਹੀ Na ਦੇ ਉੱਪਰ ਇੱਕ ਡਾਟ ਲਗਾਤਾ। ਕਲੀਅਰ ਹੈ। ਦੇਖੋ Na ਆਪਣਾ ਇੱਕ ਇਲੈਕਟ੍ਰੋਨ ਡੋਨੇਟ ਕਰਕੇ, ਅਗਰ ਇਹ ਆਪਣਾ ਇੱਕ ਇਲੈਕਟ੍ਰੋਨ ਡੋਨੇਟ ਕਰਕੇ ਤਾਂ ਪੋਜ਼ੀਟਿਵ ਆਇਨ ਦੇ ਵਿੱਚ ਕਨਵਰਟ ਹੋ ਜਾਊਗਾ, ਅਤੇ ਇੱਕ ਇਲੈਕਟ੍ਰੋਨ ਨੇ ਡੋਨੇਟ ਕਰਤਾ। ਤਾਂ ਦੇਖੋ ਇਹਦੀ ਕਨਫੀਗਰੇਸ਼ਨ ਹੁਣ ਅਸੀਂ ਇਹਦੀ ਕਨਫੀਗਰੇਸ਼ਨ ਲਿਖਦੇ ਹਾਂ Na ਦੀ। ਉਹ ਹੈ ਬੱਚੇ 1s2, ਉਹ ਹੈ 1s2 2s2 2p6 3s1। ਠੀਕ ਹੈ। ਇਹਦੀ ਵੀ ਉਨੀ ਹੈ ਕਿਉਂਕਿ ਸੇਮ ਹੀ ਨੇ। ਉਹ ਤੋਂ ਬਾਅਦ Na+ ਦੀ, ਉਹ ਕਿੰਨੀ ਹੈ 1s2 2s2 2p6। ਇਹਦੀ ਵੀ ਲਿਖ ਲੈਂਦੇ ਹਾਂ ਬੱਚੇ 1s2 2s2 2p6 3s1। ਦੇਖੋ ਅਗਰ ਮੈਂ ਇੱਥੇ Na ਦੀ ਗੱਲ ਕਰਾਂ, Na ਡਾਟ ਤੋਂ ਬੱਚੇ ਕਨਫਿਊਜ਼ ਨਹੀਂ ਹੋਣਾ। Na ਡਾਟ ਦਾ ਮਤਲਬ Na ਹੀ ਹੈ, ਬਸ ਇਹਨੂੰ ਇੱਕ ਲੇਵਸ ਸਿੰਬਲ ਦੇ ਵਿੱਚ ਪਿਕਟੋਰੀਕਲੀ ਸ਼ੋਅ ਕਰਤਾ, ਤਾਂ ਉਹਦੀ ਕਨਫੀਗਰੇਸ਼ਨ ਹੈ Na। ਤਾਂ ਦੇਖੋ ਇਹ ਤਾਂ ਨੋਬਲ ਗੈਸ ਕਨਫੀਗਰੇਸ਼ਨ ਹੈ ਨਹੀਂ, ਪਰ ਜਦੋਂ Na ਨੇ ਇੱਕ ਇਲੈਕਟ੍ਰੋਨ ਡੋਨੇਟ ਕਰਤਾ, ਦੇਖੋ ਆਹ ਬਣ ਗਈ NS2 NP6। ਤਾਂ ਦੇਖੋ Na ਇੱਕ ਇਲੈਕਟ੍ਰੋਨ ਲੂਜ਼ ਕਰਕੇ ਨੋਬਲ ਗੈਸ ਕਨਫੀਗਰੇਸ਼ਨ ਐਕਵਾਇਰ ਕਰਦਾ, ਅਤੇ ਆਪਣੇ ਪਹਿਲਾਂ ਵਾਲੇ ਨਾਲੋਂ ਪੇਰੈਂਟ ਨੂੰ ਜ਼ਿਆਦਾ ਸਟੇਬਲ ਇੱਥੇ ਆ Na।
द Na पॉजिटिव आयन इज़ मोर स्टेबल दैन Na। क्लीयर। तो एक होर एग्जाम्पल देखते हैं। देखो Mg, अगर मैं Mg की गल करा, अगर मैं Mg की गल करा, Mg का बच्चे Z इज़ इक्वल टू 12 होंगे। तो देखो यदा भी असी अगर बनाना चाहिए तो लेव स्ट्रक्चर बनाना सब तो पहले सिंपल लिखते हैं 1s2 2s2 2p6 3s2। क्लीयर। अगर मैं Mg का लीव शॉर्ट स्ट्रक्चर बनावा, देखो दो ही बारे ने ਜਿਹੜੇ ਲੀਵਸ ਸਿੰਬਲ ਦੇ ਵਿੱਚ ਅਸੀਂ ਪੜ੍ਹਿਆ ਸੀ ਵੀ ਜਿਹੜੇ ਵੀ ਡਾਟ ਲਗਾਉਣੇ ਆ ਉਹ ਉਹਦੇ ਵੈਲੈਂਸ ਇਲੈਕਟ੍ਰੋਨ ਹੀ ਹੋਣਗੇ। देखो वैलेंस के दो ही ने, दो डॉट लगा दो। तो अगर मैं ये दो इलैक्ट्रॉन लूज करदा तो Na की बन जूगा लूज करके 2+ तो दो इलैक्ट्रॉन वो लूज कर दूगा। तो यदी जो कन्फिगरेशन होगी यदी की होगी 1s2 2s2 2p6। देखो ये भी बन गई नोबल गैस कन्फिगरेशन, ये भी बच्चे नोबल गैस कन्फिगरेशन ही बन गई। तो देखो Mg मैगनीशियम अपने दो इलैक्ट्रॉन लूज करके नोबल गैस कन्फिगरेशन एक्वायर कर लेंदा, तो मतलब Mg इस स्टेट में ज़्यादा स्टेबल है एज़ कंपेयर टू इस स्टेबल में। क्लीयर है। तो बच्चे ये सी ऑक्टेंट रूल भी कोई भी एटम अपने ऑक्टेंट में कंप्लीट करने चाहता तो कंप्लीट भी किन्ने करने चाहता, वो नोबल गैस कन्फिगरेशन एक्वायर करनी चाहता। तो नोबल गैस कन्फिगरेशन की है बच्चे NS2 NP6। तो ये रिलेटेड थोड़े बुक के होर एग्जाम्पल्स ने, तो तुसी वो करके देखनी है, तो ज़्यादा सूँ होर अंडरस्टैंडिंग हो जाएगी। तो उस तो अगे पढ़ते हैं बच्चे। तो देखो दी एटम्स कैन एक्वायर नोबल गैस कन्फिगरेशन बाय शेयरिंग विद अदर एटम्स, मतलब शेयर करके भी कर सकता। ਉਹਦੇ ਬਾਰੇ ਅਸੀਂ ਪੜਾਂਗੇ टाइप्स ऑफ बॉन्डिंग ਦੇ ਵਿੱਚ ਗੱਲਾਂ ਆਉਣਗੀਆਂ ਸਾਰੀਆਂ। देखो टाइप्स ऑफ बॉन्डिंग ही एक आयनिक बॉन्ड बनता तो एक कोवलेंट बॉन्ड बनता। तो सब तो पहले असीं आयनिक बॉन्ड पढ़ांगे। आयनिक बॉन्ड बारे अगर मैं तुहानूं सिंपल एक आइडिया देवां तो कंप्लीट ट्रांसफर ऑफ इलैक्ट्रॉन्स जो होण दोनों एटमां दे विचकार, तो उहनूं असीं आयनिक बॉन्डिंग बोल दिंदे हां। आयनिक बॉन्ड इज फॉर्मड between the atoms by the transference of one or more valence electrons of one atom to other atom so as to complete their outermost octants and acquire stable nearest noble gas configuration। देखो जो मैं तुहानूं गल कही सी भी आयनिक बॉन्ड की आ, वो बच्चे फॉर्म हुंदा दोनों एटमां दे विचकार कदों बाय दी ट्रांसफेरेंस, ट्रांसफर हुंदे ने इलैक्ट्रॉन्स। क्लीयर। ਕਿਹੜੇ ਕਿਹੜੇ ਇਲੈਕਟ੍ਰੋਨ ਹੁੰਦੇ ਨੇ 1 ਔਰ ਮੋਰ, ਇੱਕ ਵੀ ਹੋ ਸਕਦਾ, ਦੋ ਵੀ, ਜਿਵੇਂ Na ਦੇ ਵਿੱਚ ਇੱਕ ਹੋਊਗਾ, Mg ਦੇ ਵਿੱਚ ਪਿੱਛੇ ਪੜਿਆ ਦੋ ਨੇ ਲੋਸ ਕੀਤੇ ਤਾਂ ਦੋ ਵੀ ਹੋ ਸਕਦੇ ਨੇ। ਇੱਕ ਐਟਮ ਤੋਂ ਦੂਜੇ ਐਟਮ ਤੱਕ ਕਦੋਂ ਤੱਕ ਹੋਣਗੇ ਟੂ ਕੰਪਲੀਟ देयर ਆਊਟਰਮੋਸਟ ऑक्टेंट। ਕੰਪਲੀਟ ਇੱਕ ਨੂੰ ਮਤਲਬ ਇੱਕ ਤਾਂ ਦੇਖੋ ਉਹਨੂੰ ਐਕਸੈਪਟ ਕਰੂਗਾ, ਇੱਕ ਵਿਦਡਰੋ ਕਰੂਗਾ, ਤਾਂ ਇੱਕ ਜਿਹੜਾ ਐਟਮ ਉਹ ਵਿਦਡਰੋ ਕਰਕੇ ਨੋਬਲ ਗੈਸ ਬਣ ਜੂਗਾ ਤੇ ਇੱਕ ਐਟਮ ਐਕਸੈਪਟ ਕਰਕੇ ਨੋਬਲ ਗੈਸ ਕਨਫਿਗਰੇਸ਼ਨ ਐਕਵਾਇਰ ਕਰ ਲੂਗਾ। एक्वायर स्टेबल नीयरस्ट नोबल गैस कन्फिगरेशन जी बच्चे उस एटम के मतलब सब तो नेड़े जी भी नोबल गैस कन्फिगरेशन होएगी तो वह कन्फिगरेशन वो एक्वायर कर लूगा। तो ये बारे असी एग्जाम्पल्स ना पढ़ांगे, तो वो असी जो एग्जाम्पल पढ़ांगे वो असी पढ़ांगे NaCl। ये थोड़ा ज़्यादा क्लीयर हो जाएगा। तो देखो देखते हैं भी NaCl एक आयोनिक कंपाउंड आ, तो ये भी गल याद रखनी है। तो ये बेचारे आयोनिक बॉन्ड बनता कि मैं तुम वो बारे स्टडी करा। देखो अगर मैं Na सिंपल लिखा, Na का मतलब है बच्चे Z इज इक्वल टू 11। अगर मैं लीव स्टॉर्ट स्ट्रक्चर जिन्हें ड्रॉ करना हो तो मैं इस तरह ड्रॉ करूँगा, क्योंकि ये आउटरमोस्ट शैल के एक इलैक्ट्रॉन फ्री है। तो अगर मैं कन्फिगरेशन लिखनी हो तो 1s2 2s2 2p6 3s1। अगर मैं Cl की गल करा तो Cl कितना है Z इज इक्वल टू 17। तो ये बारे कितने इलैक्ट्रॉन होंगे 7, 1 2 3 4 5 6 तो 7। क्लीयर। अगर मैं यदि कन्फिगरेशन राइट करनी हो देखो कि मैं करूँगा 1s2 2s2 2p6 3s2 3p17 करने इतना आ जाएगा 5 7 13। देखो 17 हो गई कंप्लीट। तो देखो अगर मैं इतों देखे इतों असीं विजिबल करिए किसी भी चीज़ में इन्होंने विचाले आयनिक बॉन्डिंग हो किवें। तो देखो ये है NS2 NP6, ये है NS2 ये है NS2 NP6 नहीं है। तो इनू अगर असीं एनालाइज करिए, अगर इस चीज़ को असीं एनालाइज करिए,
अगर मैं इत्थों एक इलैक्ट्रॉन नूं कढ ਲਾਂ तो ये मैं एक इलैक्ट्रॉन ऐड करदा तो देखो इत्थों एक इलैक्ट्रॉन अगर मैं कड्डां तो ये बन जूगी NH2 NP6। अगर ये मैं ऐड कर दे की बन जूगी NH2 NP6। तो देखो NA अपना एक इलैक्ट्रॉन लूज करके नोबल गैस कन्फिगरेशन एक्वायर कर रहा तो Cl एक इलैक्ट्रॉन एक्सैप्ट करके नोबल गैस कन्फिगरेशन बन रहा तो इन्हों के विचाले ना एक अट्रैक्शन होने लग जूगी तो वो अट्रैक्शन की होगी वो आयनिक बॉन्ड की अट्रैक्शन ही होगी। मतलब आयनिक बॉन्ड बन के ये दोनों स्टेबल हो रहे तो इन्हों के विचाले की बन जूगा आयनिक बॉन्ड बन जू। तो मैं एवं रिप्रजेंट करता NA अट्रैक्शन शो करते हैं आप Cl सानू पता जो ये बॉन्ड बनने की बनने मैं इन्हों की आउटर मोस्ट देख रहे हैं NP6 ये की बन जू थोड़ी 2S2 2P6। देखो मैं इस चीज़ एवें भी लिख सकता भी Na+ Cl नैगेटिव Na ने लूज करता Cl एक एक्सैप्ट करते दोनों ने कंपाउंड बना लिया सोडियम क्लोराइड तो भी बहुत ज़्यादा स्टेबल। तो क्लीयर है। तो इस चीज़ में असीं होर एक पॉइंट ऑफ व्यू के नाल देखते हैं। देखो किवें देखते हैं एक होर पॉइंट ऑफ व्यू इस चीज़ को देखने का। देखो Na है साढ़े को NaZ = 11 NaZ = 11। अगर मैं ये एक इलैक्ट्रॉन लूज करना तो कि बन Na+ इलैक्ट्रॉन लूज करता फिर Z = 10। तो Z = 10 मैं लिख सकता न्यून लिख सकता तो न्यून क्या नोबल गैस तो Cl की है। अगर मैं Cl की गल करा Cl के मैं इलैक्ट्रॉन ऐड कर देना तो इतने सी कि Z = 17 इतने की बन गया है Cl नैगेटिव इतने की बन गया Z = 18 मतलब ये की बन गया आर्गन। तो देखो ये इलैक्ट्रॉन लूज करके नोबल गैस बन रहा ये इलैक्ट्रॉन सॉरी विजिबिलिटी की थोड़ी दिक्कत आ गई Cl एक इलैक्ट्रॉन एक्सैप्ट करके नोबल गैस बन रहा। तो देखो मैं इस करके इन्हों के विचकार आयोनिक बॉन्ड बनया क्योंकि Na एक डोनेट करके तो Cl एक एक्सैप्ट करके नोबल गैस कन्फिगरेशन बन रहा। तो असीं इन्हों इस तरह जोड़ देंगे मतलब यही रीजन आ भी इन्होंने विचाले एक आयोनिक बॉन्डिंग बनती है Na+ Cl नैगेटिव। तो यह की है साडा NaCl सोडियम क्लोराइड तो इन्हों के विचकार यही रीजन आ भी ये आयोनिक बॉन्डिंग होंदी है। क्लीयर। देखो इस तो बाद बच्चे फैक्टर ने भी किहड़ियां चीज़ों ते आयोनिक बॉन्डिंग डिपेंड करती है। वो सब तो पहला जो फैक्टर है वो है लोअर आयोनाइजेशन एंथैल्पी। लोअर आयोनाइजेशन एंथैल्पी एंथैल्पी की सीगी भी वो एंथैल्पी चेंज जे कह लो भी वो एनर्जी चेंज भी जो तुसीं किसी भी एटम के विचों इलैक्ट्रॉन कढ़ते हैं। देखो एनर्जी चेंज हुण देखो जे असीं बेसिकली सोच के देखिए भी वो एटम जिहदे विचों सानूं इलैक्ट्रॉन आसानी दे नाल मिल जाए मतलब घੱਟ एनर्जी की लोड़ पवे असीं वो एटम जल्दी आयोनिक बॉन्ड बनाएगा जां उहदी टेंडेंसी ज़्यादा होगी। तो असीं इत्थे ये गल कहांगे कि जिन्नी ज़्यादा घੱਟ आयोनाइजेशन एंथैल्पी होगी उन्नी ही उहदी ज़्यादा ईज जां कह लो भी उहदी टेंडेंसी होएगी भी वो बैलेंस इलैक्ट्रॉन लूज कर दूगा तो अपने आयोनिक बॉन्ड फॉर्म कर लूगा। तो उस तो बाद है हाई इलैक्ट्रॉन गेन एंथैल्पी। इलैक्ट्रॉन गेन एंथैल्पी की सी असी किसी भी एटम के विच इलैक्ट्रॉन ऐड करन मतलब कोई भी इलैक्ट्रॉन की जो इलैक्ट्रॉन एक्सैप्ट करन की जो टेंडेंसी हो उन्होंने इलैक्ट्रॉन गेन एंथैल्पी कहते थे। ये असी बेसिक आइडिया की गल करते हैं भी पहला जोड़ा एटम से अगर असी उस एटम के विच कोई भी इलैक्ट्रॉन ऐड करते हैं तो वह इलैक्ट्रॉन ऐड करन तो बाद वो अपनी लोवेस्ट एनर्जी स्टेट पर चला जाता। तो वो एनर्जी पहला वो एनर्जी ज़्यादा सी पर इलैक्ट्रॉन ऐड करन तो बाद वो एनर्जी घट गई तो जी एनर्जी बची वो रिलीज़ हो गई। तो असीं उत्थे गल करते सी भी जिहदी हाई नैगेटिव इलैक्ट्रॉन गेन एंथैल्पी आ उहदी उन्नी टेंडेंसी इलैक्ट्रॉन एक्सैप्ट करन दी ज़्यादा। तो इत्थे भी वही केस आ कि जिहदी ज़्यादा नैगेटिव इलैक्ट्रॉन गेन एंथैल्पी होगी उहदी इलैक्ट्रॉन गेन करने की टेंडेंसी ज़्यादा होगी। तो अगर वो इलैक्ट्रॉन गेन करने की टेंडेंसी ज़्यादा होगी तो वो कोवैलेंट बनाने की टेंडेंसी भी की होएगी वो भी ज़्यादा ही होएगी। हाई लैटिस एनर्जी तो सब तो पहला बच्चे लैटिस एनर्जी बारे गल करते भी लैटिस एनर्जी होंदी की है। देखो लैटिस एनर्जी होंदी है अमाउंट ऑफ एनर्जी रिलीज्ड व्हेन फ्री आयन्स कंबाइन टुगैदर टू फॉर्म 1 मोल ऑफ अ क्रिस्टल इज कॉल्ड लैटिस एनर्जी। मैं सिंपल गल दसदा तुहानूं देखो कोई फ्री आयन आ मन के चलो वो फ्री आयन देखो जिवें M+ Z नैगेटिव अगर ये कंबाइन करके ये बनता ये सी फ्री आयन। देखो उन्होंने बॉन्ड करके एक
ਕੰਪਾਊਂਡ ਬਣਾ ਲਿਆ ਐਮ ਮਤਲਬ ਐਮ ਪੋਜ਼ਿਟਿਵ, ਜਿਵੇਂ ਕਹਿ ਲਓ NaCl ਹੀ ਕਹਿ ਲਓ, ਅਗਰ ਮੈਂ ਜੇ ਐਗਜ਼ਾਮਪਲ ਕਰਾਂ Na ਪਲੱਸ Cl ਤਾਂ ਇਹਨਾਂ ਨੇ ਬੌਂਡਿੰਗ ਕਰਕੇ ਹੁਣ NaCl ਪ੍ਰੀਪੇਅਰ ਕਰ ਲਿਆ। ਦੇਖੋ NaCl ਇੱਕ ਸਟੇਬਲ ਆ, ਇਹਦੀ એનર્ਜੀ ਕੀ ਆ ਘੱਟ, ਇਹਨਾਂ ਦੀ એનર્ਜੀ ਕੀ ਆ ਜ਼ਿਆਦਾ, ਕਿਉਂਕਿ ਰਿਐਕਟ ਕਰ ਰਹੇ ਸੀਗੇ, ਕਿਉਂਕਿ ਅਨਸਟੇਬਲ ਸੀ। ਅਨਸਟੇਬਲ ਜਿਹੜਾ ਵੀ ਐਟਮ ਹੁੰਦਾ ਉਹਦੀ એનર્ਜੀ ਹਮੇਸ਼ਾ ਜ਼ਿਆਦਾ ਹੁੰਦੀ ਆ, ਅਤੇ ਜਿਹੜਾ ਬੌਂਡ ਬਣ ਜਾਂਦਾ ਕੰਪਾਊਂਡ में ਉਹਦੀ એનર્ਜੀ ਹਮੇਸ਼ਾ ਘੱਟ ਹੁੰਦੀ ਆ। ਤਾਂ ਦੇਖੋ ਜਿੰਨੀ ਜ਼ਿਆਦਾ એનર્ਜੀ ਰਿਲੀਜ਼ ਹੋਏਗੀ, ਸਾਡਾ ਜਿਹੜਾ ਵੀ ਰਿਜ਼ਲਟੈਂਟ ਕੰਪਾਊਂਡ ਬਣੇਗਾ ਉਹ ਓਨਾ ਜ਼ਿਆਦਾ ਕੀ ਬਣੇਗਾ, ਸਟੇਬਲ ਬਣੇਗਾ। ਤਾਂ ਜਿੰਨੀ ਜ਼ਿਆਦਾ ਲੈਟਿਸ એનર્ਜੀ ਜ਼ਿਆਦਾ ਹੋਊਗੀ ਸਾਡੀ, ਉਨੀ ਆਇਓਨਿਕ ਬੌਂਡ ਬਣਨ ਦੀ ਜੋ ਟੈਂਡੈਂਸੀ ਆ, ਜੋ ਈਜ਼ ਆ, ਉਹ ਕੀ ਹੋਊਗੀ, ਜ਼ਿਆਦਾ ਹੋਊਗੀ। ਤਾਂ ਕਲੀਅਰ ਬੱਚੇ।